ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 9ਵੇਂ ਕਾਂਡ ਦਾ ਪਹਿਲਾ ਭਾਗ ਸੁਆਦ, ਦੂਜਾ ਭਾਗ ਗੁਰੂ ਸ਼ਬਦ ਦਾ ਅਥਵਾ ਪ੍ਰਭੂ ਨਾਮ ਰਸ ਦਾ ਸੁਆਦ, ਤੀਜਾ ਭਾਗ ਮਿੱਠਾ ਕਿ ਕੌੜਾ, ਚੌਥਾ ਭਾਗ ਮੀਠ, ਮਿੱਠਾ, ਮਿੱਠੜਾ, ਮਿਸਟ, ਪੰਜਵਾਂ ਭਾਗ ਫਿੱਕਾ, ਛੇਵਾਂ ਭਾਗ ਰਸ ਅਤੇ ਸੱਤਵਾਂ ਭਾਗ ਮਾਇਆ ਦਾ ਰਸ ਚਸਕਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਆਦ ਜਾਂ ਲੁਤਫ ਕਿਸੇ ਸ਼ਕਲ ਵਿੱਚ ਸੰਸਾਰ ਦੇ ਹਰ ਜੀਵ ਨਾਲ ਸੰਬੰਧ ਰੱਖਦਾ ਹੈ। ਕਿ ਇਸ ਪਦ ਦੀ ਵਰਤੋਂ ਵੀ ਗੁਰਬਾਣੀ ਵਿੱਚ ਕੀਤੀ ਗਈ ਹੈ। ਇਸ ਪੱਖ ਤੋਂ ਜਾਣੂ ਹੋਣ ਲਈ ਵੀ ਦਾਸ ਨੇ ਗੁਰਬਾਣੀ ਦੀ ਪੜਚੋਲ ਕੀਤੀ ਹੈ। ਜੋ ਪ੍ਰਾਪਤੀ ਹੋਈ ਉਸ ਦਾ ਵੇਰਵਾ ਲਿਖਣ ਤੋਂ ਪਹਿਲਾਂ ਇਸ ਪਦ ਬਾਰੇ ਮਹਾਨ ਕੋਸ਼ ਵਿੱਚ ਭਾਈ ਸਾਹਿਬ ਕਾਹਨ ਸਿੰਘ ਜੀ ਨਾਭਾ ਨੇ ਕਾਦਰ ਦੀ ਦੇਣ ਇਸ ਗੁਣ ਨੂੰ 4 ਰੂਪਾਂ ਸੁਆਦ, ਸੁਆਦਤ, ਸਵਾਦ, ਸੁਵਾਦ ਵਿੱਚ ਅਰਥਾਂ ਸਮੇਤ ਇਸ ਪ੍ਰਕਾਰ ਲਿਖਿਆ ਹੈ। ਨੰਬਰ 1 ਸੁਆਦ। ਮਹਾਨ ਕੋਸ਼ ਦੇ 205 ਸਫ਼ੇ ਤੇ ਦੇਖੋ। ਸੁਆਦਤਾ ਸੰਗਿਆ ਰਸ ਜਾਇਕਾ, ਅਦਕ ਸੁਆਦ ਰੋਗ ਅਧਿਕਾਈ। ਨੰਬਰ 2 ਜ਼ੁਬਾਨ ਦੇ ਰਸ ਵਾਸਤੇ ਸੁਆਦਤ ਜਿਉ ਸੰਘਾਰੈ। ਨੰਬਰ 3 ਸੁਆਦ ਸੰਗਿਆ ਸਰਨਾ ਕਰਕੇ ਰਸ ਗ੍ਰਹਿਣ ਲਜ਼ਤ ਜ਼ਾਇਕਾ। ਨੰਬਰ 2 ਕਾਲਸ ਕਾਲਕ। ਨੰਬਰ 3 ਪਿੰਡ ਦਾ ਗੋਇਰਾ। ਨੰਬਰ 4 ਲਿਆਕਤ ਯੋਗਤਾ। ਨੰਬਰ 5 ਮਜ਼ਮੂਨ ਦਾ ਖਰੜਾ। ਨੰਬਰ 4 ਸੁਆਦ। ਦੇਖੋ ਸੁਆਦ ਜਿਨ ਬੂਝਿਆ ਤਿਸ ਆਇਆ ਸੁਆਦ। ਗੁਰਬਾਣੀ ਵਿਚਾਰ। ਸਰੀਰਕ ਰੋਗ ਜਾਂ ਆਤਮਕ ਰੋਗਾਂ ਦਾ ਕਾਰਨ ਸੁਆਦ ਰਸ। ਜਿਹਵਾ ਸੁਆਦ ਲੋਭ ਮਦ ਮਾਤੋ ਉਪਜੇ ਅਨਕ ਬਿਕਾਰਾ, ਬਹੁਤ ਜੋਨ ਭਰਮਤ ਦੁਖ ਪਾਇਆ ਹਉਮੈ ਬੰਧਨ ਕੇ ਪਾਰਾ। ਪੰਨਾ 606। ਅਰਥ ਮਨੁੱਖ ਜੀਭ ਦੇ ਸੁਆਦਾਂ ਵਿੱਚ ਪਿਆ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ, ਜਿਸ ਕਰਕੇ ਇਸ ਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੁੰਦੇ ਹਨ। ਮਨੁੱਖ ਹਉਮੈ ਦੀਆਂ ਜੰਜੀਰਾਂ ਦੇ ਭਾਰ ਹੇਠ ਦੱਬ ਜਾਂਦਾ ਹੈ ਤੇ ਦੁੱਖ ਸਹਾਰਦਾ ਹੈ। ਤੀਰਥ ਤੇਜ ਨਿਵਾਰ ਨ ਨਾਤੇ ਹਰ ਕਾ ਨਾਮ ਪਾਇਆ, ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ। ਬਿਸ਼ਟਾ ਕੀਟ ਭਏ ਉਤ ਹੀ ਤੇ ਉਤ ਹੀ ਮਹੇ ਸਮਾਇਆ, ਅਦਕ ਸੁਆਦ ਰੋਗ ਅਧਿਕਾਈ ਬਿਨ ਗੁਰ ਸਹਿਜ ਨ ਪਾਇਆ। ਪੰਨਾ 1255। ਅਰਥ ਜਿਨ੍ਹਾਂ ਨੇ ਕ੍ਰੋਧ ਦੂਰ ਕਰਕੇ ਕਦੇ ਆਤਮਕ ਤੀਰਥ ਉੱਤੇ ਇਸ਼ਨਾਨ ਨਾ ਕੀਤਾ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਾ ਲੱਗਾ। ਤ੍ਰਿਸ਼ਨਾ ਅਧੀਨ ਰਹਿ ਕੇ ਉਹਨਾਂ ਪ੍ਰਭੂ ਦਾ ਨਾਮ ਸਦਾ ਲਈ ਤਿਆਗ ਦਿੱਤਾ। ਜਿਸ 84 ਵਿੱਚੋਂ ਨਿਕਲ ਕੇ ਮਨੁੱਖਾ ਜਨਮ ਵਿੱਚ ਆਏ ਸਨ, ਉਸੇ 84 ਵਿੱਚ ਮੁੜ ਚਲੇ ਗਏ। ਜਿਵੇਂ ਵਿਸ਼ਟਾ ਦੇ ਕੀੜੇ ਵਿਸ਼ਟਾ ਵਿੱਚ ਜੰਮਦੇ ਹਨ ਤੇ ਵਿਸ਼ਟਾ ਵਿੱਚ ਹੀ ਮੁੜ ਮਰ ਜਾਂਦੇ ਹਨ। ਜਿੰਨੇ ਵੀ ਵਧੀਕ ਸਵਾਦ ਉਹ ਮਾਣਦੇ ਗਏ, ਉਤਨੇ ਹੀ ਵਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ। ਗੁਰੂ ਦੀ ਸ਼ਰਨ ਵਿੱਚ ਨਾ ਜਾਣ ਕਰਕੇ, ਭਾਵ ਗੁਰੂ ਦੀ ਸਿੱਖਿਆ ਤੇ ਨਾ ਤੁਰਨ ਕਰਕੇ ਉਹਨਾਂ ਨੂੰ ਸ਼ਾਂਤ ਅਵਸਥਾ ਪ੍ਰਾਪਤ ਨਾ ਹੋਈ। 1995 ਦਾ ਜ਼ਿਕਰ ਹੈ ਕਿ ਕੁਝ ਘਰੋਗੀ ਹਾਲਾਤ ਦੇ ਕਾਰਨ ਦਾਸ ਆਪਣੇ ਵੱਡੇ ਲੜਕੇ ਕੋਲ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਅਪਾਰਟਮੈਂਟ ਬਿਲਡਿੰਗ ਦੇ 5 ਨੰਬਰ ਮਕਾਨ ਵਿੱਚ ਠਹਿਰਿਆ ਹੋਇਆ ਸੀ। ਇੱਕ ਦਿਨ ਦਾਸ ਦਾ ਮੇਲ ਇੱਕ ਅਜਨਬੀ ਨਾਲ ਹੋਇਆ ਜੋ ਰਹਿਣ ਲਈ ਥਾਂ ਲੱਭ ਰਿਹਾ ਸੀ। ਅਸ਼ਰਫ ਮੁਗਲ ਨਾਮੀ ਉਹ ਪਾਕਿਸਤਾਨੀ ਸੱਜਣ ਭਾਵੇਂ ਵਰਜੀਨੀਆ ਸ਼ਹਿਰ ਦੀ ਕਿਸੇ ਫਰਮ ਵਿੱਚ ਇੰਜੀਨੀਅਰ ਲੱਗਾ ਹੋਇਆ ਸੀ, ਪਰ ਕੁਦਰਤੀ ਤਰੀਕਿਆਂ ਨਾਲ ਬਿਮਾਰੀਆਂ ਦਾ ਇਲਾਜ ਕਰਨ ਦੀ ਪੜ੍ਹਾਈ ਕਰਨ ਲਈ ਉਸ ਨੇ ਸਿਆਟਲ ਦੇ ਕਾਲਜ ਵਿੱਚ ਦਾਖਲਾ ਲਿਆ ਹੋਣ ਦੇ ਕਾਰਨ ਪਰਿਵਾਰ ਸਮੇਤ ਆਪਣੀ ਪਤਨੀ ਕੁਬਰਾ ਬੀਬੀ ਨਾਲ ਦਾਸ ਦੇ ਗੁਆਂਢੀ ਆ ਬਣੇ। ਇੱਕ ਦਿਨ ਸਾਡੇ ਘਰ ਬੈਠਿਆਂ ਗੱਲਾਂ ਬਾਤਾਂ ਵਿੱਚ ਉਸਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਡੇਰਾ ਗਾਜ਼ੀ ਖਾਂ ਦੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਲਾਹੌਰ ਦੇ ਇਸਲਾਮੀਆ ਕਾਲਜ ਦਾ ਪੜ੍ਹਿਆ ਹੋਇਆ ਹੈ। ਦਾਸ ਨੇ ਵੀ ਦੱਸਿਆ ਕਿ ਸਾਡੀ ਜ਼ਮੀਨ ਵੀ ਉਸੇ ਇਲਾਕੇ ਵਿੱਚ ਸੀ। ਮੁਲਤਾਨ ਜ਼ਿਲ੍ਹੇ ਦੇ ਮੀਆਂ ਚੰਨੂ ਕਸਬੇ ਦੇ ਹਾਈ ਸਕੂਲ ਵਿੱਚ ਦਾਸ ਨੇ 10ਵੀਂ ਪਾਸ ਕੀਤੀ ਸੀ। ਮੁਲਤਾਨ ਦੀ ਗੱਲ ਸੁਣੀ ਤਾਂ ਅਸ਼ਰਫ ਜੀ ਨੇ ਝੱਟ ਪੁੱਛ ਲਿਆ ਕਿ ਕੀ ਗੁਰੂ ਨਾਨਕ ਜੀ ਕਦੇ ਮੁਲਤਾਨ ਗਏ ਸਨ। ਦਾਸ ਨੇ ਦੱਸਿਆ ਕਿ ਉਹਨਾਂ ਦੀ ਮੁਲਤਾਨ ਫੇਰੀ ਦੇ ਸਬੰਧ ਵਿੱਚ ਮੇਕਲਤਾਨ ਵਿਖੇ ਬੜਾ ਚੰਗਾ ਗੁਰਦੁਆਰਾ ਹੈ
ਤਾਂ ਉਸਨੇ ਪੁੱਛਿਆ ਕਿ ਕੀ ਬਾਬਾ ਨਾਨਕ ਜੀ ਦਾ ਕੋਈ ਅਜਿਹਾ ਕਥਨ ਤੁਹਾਡੀ ਮਜ਼ਹਬੀ ਪੁਸਤਕ ਵਿੱਚ ਹੈ ਜਿਸ ਦਾ ਭਾਵ ਇਹ ਹੋਵੇ ਕਿ ਖੁਰਾਕ ਨਾਲ ਹੀ ਸਰੀਰ ਵਿੱਚ ਰੋਗ ਪੈਦਾ ਹੁੰਦਾ ਹੈ, ਜਾਂ ਅਜਿਹੀ ਖੁਰਾਕ ਨਹੀਂ ਖਾਣੀ ਚਾਹੀਦੀ ਜਿਸ ਤੋਂ ਸਰੀਰ ਵਿੱਚ ਕੋਈ ਰੋਗ ਪੈਦਾ ਹੁੰਦਾ ਹੋਵੇ। ਦਾਸ ਨੇ ਝੱਟ ਸਤਿਗੁਰਾਂ ਦਾ ਇਹ ਫੁਰਮਾਨ ਕਹਿ ਸੁਣਾਇਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਪੰਨਾ 16। ਉਸਨੇ ਦੱਸਿਆ ਕਿ ਤੁਹਾਡੇ ਗੁਰੂ ਜੀ ਨੇ ਇਸ ਸਲੋਕ ਤੋਂ ਮੁਲਤਾਨ ਦੇ ਹਕੀਮ ਸਾਬਰ ਸਾਹਿਬ ਨੇ ਯਕੀਨ ਬਣਾ ਲਿਆ ਕਿ ਇਹ ਬਚਨ ਵਲੀ ਅੱਲਾ ਦਾ ਹੈ। ਜ਼ਰੂਰ ਇਸ ਵਿੱਚ ਕੋਈ ਡੂੰਘੀ ਰਮਜ਼ ਹੈ। ਜੇ ਖੁਰਾਕ ਨਾਲ ਸਰੀਰ ਰੋਗੀ ਹੁੰਦਾ ਹੈ ਤਾਂ ਜ਼ਰੂਰੀ ਹੈ ਕਿ ਖੁਰਾਕ ਨਾਲ ਹੀ ਸਰੀਰ ਦੇ ਰੋਗ ਦੂਰ ਵੀ ਹੋ ਸਕਦੇ ਹਨ। ਸੋ ਉਸਨੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੇਵਲ ਖੁਰਾਕ ਨਾਲ ਬੜੇ ਭਿਆਨਕ ਰੋਗ ਦੂਰ ਹੋ ਸਕਣ ਦਾ ਰੱਬੀ ਕਾਨੂੰਨ ਲੱਭ ਲਿਆ ਅਤੇ ਦੱਸਿਆ ਕਿ ਹਕੀਮ ਸਾਹਿਬ ਨੇ ਉਸੇ ਵਡਮੁੱਲੇ ਆਧਾਰ ਤੇ ਪੁਸਤਕ ਵੀ ਲਿਖੀ। ਅਸ਼ਰਫ ਜੀ ਨੇ ਇਹ ਵੀ ਦੱਸਿਆ ਕਿ ਉਹ ਆਪ ਵੀ ਉਸ ਹਕੀਮ ਸਾਹਿਬ ਦਾ ਸ਼ਾਗਿਰਦ ਹੈ ਤੇ ਉਸਨੇ ਵੀ ਖੁਰਾਕ ਦੁਆਰਾ ਕਈ ਰੋਗੀ ਰਾਜ਼ੀ ਕੀਤੇ ਹਨ। ਸਕੂਲੀ ਪੜ੍ਹਾਈ ਸਮੇਂ ਤੋਂ ਦਾਸ ਵੀ ਪੇਟ ਦੀ ਗੈਸ ਦਾ ਰੋਗੀ ਸੀ। ਕਈ ਹਕੀਮਾਂ ਡਾਕਟਰਾਂ ਕੋਲੋਂ ਇਲਾਜ ਕਰਵਾਏ ਪਰ ਅਫਾਰੇ ਦਾ ਰੋਗ ਨਹੀਂ ਸੀ ਜਾਂਦਾ। ਅਸ਼ਰਫ ਜੀ ਨੇ ਦਾਸ ਦੀ ਨਬਜ਼ ਵੇਖੀ ਤਾਂ ਝੱਟ ਹੀ ਕਹਿ ਦਿੱਤਾ ਕਿ ਤੁਸਾਂ ਸਾਰੀ ਉਮਰ ਲਾਲ ਮਿਰਚ ਖਾਧੀ ਹੋਣੀ। ਉਸ ਦਾ ਇਹ ਕਥਨ ਸੱਚ ਸੀ। ਲਾਲ ਮਿਰਚਾਂ ਖਾਣੀਆਂ ਤੇ ਦੁੱਧ ਅਤੇ ਦੁੱਧ ਤੋਂ ਬਣੀਆਂ ਸਾਰੀਆਂ ਚੀਜ਼ਾਂ ਦਾ ਤਿਆਗ ਕਰ ਦਿਓ। ਕੁਝ ਦਾਲਾਂ ਅਤੇ ਸਬਜ਼ੀਆਂ ਖਾਣ ਤੋਂ ਰੋਕਿਆ। ਦਾਸ ਨੇ ਝਟਪਟ ਉਹਨਾਂ ਦੇ ਕਹੇ ਅਨੁਸਾਰ ਖਾਣਾ ਪੀਣਾ ਆਰੰਭ ਕਰ ਦਿੱਤਾ ਤੇ 40 ਸਾਲ ਪੁਰਾਣਾ ਰੋਗ ਜਾਂਦਾ ਰਿਹਾ। ਫਿਰ ਦਾਸ ਦੇ ਰਾਹੀਂ ਅਸ਼ਰਫ ਜੀ ਨੇ ਕਈ ਅਜਿਹੇ ਰੋਗੀ ਕੇਵਲ ਖੁਰਾਕ ਨਾਲ ਰਾਜ਼ੀ ਕੀਤੇ ਜਿਨ੍ਹਾਂ ਦਾ ਕੇਵਲ ਮਾਤਰ ਇਲਾਜ ਆਪਰੇਸ਼ਨ ਹੀ ਰਹਿ ਗਿਆ ਹੋਇਆ ਸੀ, ਜਾਂ ਜਿਹੜੇ ਡਾਕਟਰਾਂ ਤੋਂ ਲਾ ਇਲਾਜ ਘੋਸ਼ਿਤ ਹੋ ਚੁੱਕੇ ਸਨ। ਹਜ਼ਾਰ ਵਾਰ ਸਦਕੇ ਕੁਰਬਾਨ ਜਾਂਦਾ ਹਾਂ ਆਪਣੇ ਸਤਿਗੁਰੂ ਨਾਨਕ ਸਾਹਿਬ ਜੀ ਤੋਂ, ਜਿਨ੍ਹਾਂ ਦੇ ਅਨਮੋਲ ਬਚਨਾਂ ਵਿੱਚ ਅਜਿਹੇ ਸੁੱਖਾਂ ਦੇ ਭੰਡਾਰ ਲੁਕੇ ਹੋਏ ਹਨ, ਅਤੇ ਹਕੀਮ ਸਾਬਰ ਜੀ ਤੋਂ ਸਦਕੇ ਜਿਨ੍ਹਾਂ ਨੇ ਸਤਿਗੁਰਾਂ ਦੇ ਇਸ ਬਚਨ ਤੋਂ ਏਡਾ ਸਫਲ ਇਲਾਜ ਲੱਭ ਲਿਆ। ਸ਼ਰਮ ਆਉਂਦੀ ਹੈ ਸਿੱਖ ਧਰਮ ਦੇ ਆਗੂਆਂ ਤੋਂ, ਜਿਹੜੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਨੂੰ ਲਗਭਗ ਭੁਲਾ ਚੁੱਕੇ ਹਨ ਅਤੇ ਗੁਰੂ ਪੰਥ ਨੂੰ ਹਰ ਪੱਖੋਂ ਅਗਿਆਨੀ ਬਣਾਏ ਜਾ ਰਹੇ ਹਨ। ਸੋ ਜ਼ਬਾਨ ਦਾ ਚਸਕਾ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਅਤੇ ਅਜਿਹਾ ਵਾਧੂ ਚਸਕਾ ਤਿਆਗਿਆਂ ਤੰਦਰੁਸਤੀ ਦਾ ਕਾਰਨ ਵੀ ਬਣਦਾ ਹੈ। ਗੁਰੂ ਬਾਣੀ ਦੀ ਇਸ ਸਿੱਖਿਆ ਦਾ ਪ੍ਰਤੱਖ ਚਮਤਕਾਰ ਇੱਕ ਮੁਸਲਮਾਨ ਵੀਰ ਪਾਸੋਂ ਸੁਣਿਆ, ਜਿਸ ਦਾ ਸਦਾ ਲਈ ਰਿਣੀ ਹਾਂ। ਬਹੁ ਪ੍ਰਕਾਰੀ ਸਵਾਦ ਤੇ ਬਹੁ ਪ੍ਰਕਾਰੀ ਰੋਗਾਂ ਬਾਰੇ ਗੁਰਮਤਿ ਵਿਚਾਰਾਂ। ਬਹੁ ਸਾਧੋਂ ਦੁਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੁਵੈ, ਹਰਖੋਂ ਸੋਗ ਨਾ ਮਿਟਿ ਕਬਹੂ, ਵਿਣ ਭਾਣੇ ਪਰਮਾਇੰਦਾ। ਪੰਨਾ 1034। ਅਰਥ, ਬਹੁਤ ਭੋਗਾਂ ਦੇ ਸਵਾਦਾਂ ਤੋਂ ਦੁਖੀ ਹੀ ਮਿਲਦਾ ਹੈ, ਕਿਉਂਕਿ ਭੋਗਾਂ ਤੋਂ ਆਖਰ ਰੋਗ ਹੀ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖੁਆਰ ਹੁੰਦਾ ਹੈ। ਮਾਇਆ ਦੀਆਂ ਖੁਸ਼ੀਆਂ ਤੋਂ ਵੀ ਚਿੰਤਾ ਹੀ ਪੈਦਾ ਹੁੰਦੀ ਹੈ, ਜੋ ਕਦੇ ਮਿਟਦੀ ਹੀ ਨਹੀਂ। ਪਰਮਾਤਮਾ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ। ਖਾਇਆ ਮੈਲ ਵਧਾਇਆ, ਪੈਦੇ ਘਰ ਕੀ ਹਾਣ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਬਿਖ ਜਾਣ। ਪੰਨਾ 1331। ਅਰਥ, ਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ-ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ, ਤਿਉਂ-ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿੱਚ ਵਧਾਉਂਦਾ ਹੈ। ਸੁੰਦਰ ਬਸਤਰ ਪਹਿਨਣ ਦੇ ਰਸ ਵਿੱਚ ਫਸਿਆ ਵੀ ਮਨੁੱਖ ਦੇ ਆਤਮਿਕ ਜੀਵਨ ਨੂੰ ਘਾਟ ਪੈਂਦੀ। ਆਪਣੇ ਆਪ ਨੂੰ ਵਡਿਆਈ ਦੇ ਬੋਲ ਬੋਲ ਕੇ ਵੀ ਦੂਜਿਆਂ ਨਾਲ ਝਗੜਾ ਖੜਾ ਕਰ ਲੈਂਦਾ ਹੈ। ਸੋਹੇ ਭਾਈ, ਸਿਮਰਨ ਤੋਂ ਖੁੱਝ ਕੇ ਇਹੀ ਸਮਝ ਹੈ ਕਿ ਮਨੁੱਖ ਜ਼ਹਿਰ ਵਿਹਾਜਦਾ ਹੈ। ਆਓ ਮਿਲੀਏ ਸਤਿਗੁਰ ਸੱਜਣੇ, ਜਿਸ ਅੰਤਰ ਹਰ ਗੁਣਕਾਰੀ। ਪੰਨਾ 586। ਸੱਚੇ ਸੱਜਣ ਸਤਿਗੁਰ ਜੀ ਦੀ ਚੇਤਾਵਨੀ। ਕੁਝ ਪਲਾਂ ਦਾ ਕਾਮ ਚਸਕਾ ਜਾਨਲੇਵਾ, ਭਿਆਨਕ ਰੋਗਾਂ ਦਾ ਮੂਲ। ਨਿਮਖ ਕਾਮ ਸੁਆਦ ਕਾਰਨ, ਕੋਟ ਦਿਨਸ ਦੁਖ ਪਾਵੇਂ, ਘਰੀ ਮੋਹਤ ਰੰਗ ਮਾਣੇ, ਫਿਰ ਬਹੁਰ ਬਹੁਰ ਪਛੁਤਾਵੇਂ, ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ। ਰਹਾ ਪਲਕ ਦ੍ਰਿਸ਼ਟ ਦੇਖ ਭੂਲੋ, ਆਕ ਨੀਮ ਕੋ ਤੂਮਰ, ਜੈਸਾ ਸੰਗ ਬਿਸਿਅਰ ਸੁਹੈਰੇ, ਤੈਸੋ ਹੀ ਇਹ ਪਰ ਗ੍ਰਹਿ, ਬੈਰੀ ਕਾਰਨ ਪਾਪ ਕਰਤਾ,
ਬਸਤ ਰਹੀ ਅਮਾਨਾ, ਛੋੜ ਜਾਏ ਤਿਨ ਹੀ ਸਿਉ ਸੰਗੀ, ਸਾਜਨ ਸਿਉ ਬੈਰਾਨਾ। ਸਗਲ ਸੰਸਾਰ ਇਹ ਬਿਦ ਵਿਆਪਿਓ, ਸੋ ਉਬਰਿਓ ਜਿਸ ਗੁਰਪੂਰਾ, ਕਹੋ ਨਾਨਕ ਭਵ ਸਾਗਰ ਤਰਿਓ, ਭਏ ਪੁਨੀਤ ਸਰੀਰਾ। ਪੰਨਾ 403। ਅਰਥ, ਇਹ ਕਾਮ ਵਾਸ਼ਨਾ ਵਿੱਚ ਅੰਨੇ ਹੋਏ ਜੀਵ, ਇਹ ਵਿਕਾਰਾਂ ਵਾਲਾ ਰਾਹ ਛੱਡ ਤੇ ਪ੍ਰਭੂ ਪਾਤਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ ਜਦੋਂ ਤੂੰ ਇੱਥੋਂ ਕੂਚ ਕਰ ਜਾਣਾ ਹੈ। ਇਹ ਅੰਨੇ ਜੀਵ, ਥੋੜਾ ਜਿਤਨਾ ਸਮਾਂ ਕਾਮ ਵਾਸ਼ਨਾ ਦੇ ਸਵਾਦ ਦੀ ਖਾਤਰ, ਫਿਰ ਤੂੰ ਕਰੋੜਾਂ ਹੀ ਦਿਨ ਦੁੱਖ ਸਹਾਰਦਾ ਹੈ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈ। ਉਸ ਤੋਂ ਮਨੁੱਖ ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ, ਜੋ ਵੇਖਣ ਨੂੰ ਸੋਹਣਾ ਹੁੰਦਾ ਹੈ, ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈ। ਇਹ ਅੰਨੇ, ਪਰਾਈ ਇਸਤਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ। ਇਹ ਅੰਨੇ, ਅੰਤ ਵੈਰ ਕਮਾਉਣ ਵਾਲੀ ਮਾਇਆ ਦੀ ਖਾਤਰ ਤੂੰ ਅਨੇਕਾਂ ਪਾਪ ਕਰਦਾ ਰਹਿੰਦਾ ਹੈ। ਅਸਲ ਚੀਜ਼ ਜੋ ਤੇਰੇ ਨਾਲ ਨਿਭਣੀ ਹੈ, ਲਾਂਭੇ ਹੀ ਪਈ ਰਹਿ ਜਾਂਦੀ ਹੈ। ਜਿਨ੍ਹਾਂ ਨੂੰ ਤੂੰ ਆਖਰ ਛੱਡ ਜਾਏਗਾ, ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ। ਹੇ ਮਿੱਤਰ, ਪ੍ਰਭੂ ਨਾਲ ਵੈਰ ਪਾਇਆ ਹੈ। ਹੇ ਨਾਨਕ, ਆਖ ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ। ਇਸ ਵਿੱਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ। ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ। ਜ਼ਬਾਨ ਦਾ ਚਸਕਾ। ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂੜ ਲੋਭਾਇਲੇ, ਤੂੰ ਹੋਵਾ ਪੰਚ ਵਾਸ ਵੈਰੀ ਕੈ, ਛੂਟੇ ਪਰ ਸਰਨਾਇਲੇ। ਪੰਨਾ 862। ਅਰਥ, ਜਿਵੇਂ ਮੱਛੀ ਜੀਭ ਦੇ ਸਵਾਦ ਕਾਰਨ ਨਾਸ ਹੋ ਜਾਂਦੀ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟੀ ਜਾਂਦੀ ਹੈ। ਇਹ ਮਨ, ਤੂੰ ਵੀ ਕਾਮਾਦਿਕ ਪੰਜ ਵੈਰੀਆਂ ਦੇ ਵਸ ਵਿੱਚ ਪਿਆ ਹੋਇਆ ਹੈ। ਪ੍ਰਭੂ ਦੀ ਸ਼ਰਨ ਪਾਓ, ਤਦੋਂ ਹੀ ਇਹਨਾਂ ਵੈਰੀਆਂ ਦੇ ਪੰਜੇ ਵਿੱਚੋਂ ਨਿਕਲੇਗਾ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਪੰਨਾ 741। ਹੇ ਪ੍ਰਭੂ, ਦੁਨੀਆ ਦੇ ਪਦਾਰਥਾਂ ਦੇ ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ, ਅਸੀਂ ਜੀਵ ਇਹਨਾਂ ਵਿੱਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ। ਸਾਧ ਕੀਤੇ ਦੁੱਖ ਪਰ ਫੁੜੇ, ਪੂਰਬ ਲਿਖੇ ਮਾਏ, ਸੁਖ ਥੋੜੇ ਦੁੱਖ ਅਗਲੇ, ਦੁੱਖੇ ਦੁਖ ਵਿਹਾਏ। ਪੰਨਾ 999। ਅਰਥ, ਹੈ ਮਾਂ, ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸਵਾਦ ਮਾਣਦਾ ਰਿਹਾ। ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ ਸਫ਼ਰ ਵਿੱਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿੱਚ ਉਕਰੇ ਗਏ ਤੇ ਉਹਨਾਂ ਭੋਗਾਂ ਦੇ ਇਵਜ਼ ਵਿੱਚ ਮੇਰੇ ਵਾਸਤੇ ਦੁੱਖ ਵੱਧਦੇ ਗਏ। ਸੁੱਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਮਗ ਪਏ। ਹੁਣ ਮੇਰੀ ਉਮਰ ਦੁੱਖ ਵਿੱਚ ਹੀ ਗੁਜ਼ਰ ਰਹੀ ਹੈ। ਨਾ ਜਾਪੇ ਨਾ ਬੁੱਝੀਏ, ਨਾ ਕਛ ਕਰਤ ਵਿਚਾਰ, ਸਵਾਦ ਮੋਹ ਰਸ ਬੁੱਧਿਓ, ਅਗਿਆਨ ਰਚਿਓ ਸੰਸਾਰ। ਪੰਨਾ 297। ਅਰਥ, ਜਗਤ ਆਮ ਤੌਰ 'ਤੇ ਅਗਿਆਨ ਵਿੱਚ ਮਸਤ ਰਹਿੰਦਾ ਹੈ, ਸਵਾਦਾਂ ਵਿੱਚ, ਮੋਹ ਲੈਣ ਵਾਲੇ ਰਸਾਂ ਵਿੱਚ ਵਿਝਾ ਰਹਿੰਦਾ ਹੈ। ਇਸ ਨੂੰ ਸਹੀ ਜੀਵਨ ਜੁਗਤ ਸੁੱਝਦੀ ਨਹੀਂ, ਇਹ ਸਮਝਦਾ ਨਹੀਂ ਤੇ ਸਹੀ ਜੀਵਨ ਜੁਗਤ ਬਾਰੇ ਕੋਈ ਵਿਚਾਰ ਨਹੀਂ ਕਰਦਾ। ਰੂਪ ਸੁੰਦਰੀਆਂ, ਅਨਕ ਇਸਤਰੀਆਂ, ਹਾਰਸ ਬਿਨ ਸਭ ਸਵਾਦ ਫਿਕਰੀਆ। ਹੇ ਭਾਈ, ਜੇ ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤਰੀਆਂ ਵੀ ਮਿਲੀਆਂ ਹੋਈਆਂ ਤਾਂ ਵੀ ਕੀ ਹੋਇਆ? ਪਰਮਾਤਮਾ ਦੇ ਨਾਮ ਦੇ ਸਵਾਦ ਦੇ ਟਾਕਰੇ ਤੇ ਦੁਨੀਆ ਵਾਲੇ ਇਹ ਸਾਰੇ ਸਵਾਦ ਫਿੱਕੇ ਹਨ। ਅਗਨ ਪਾਣੀ ਬੋਲੇ ਪੜਵਾਓ, ਜਿਹਵਾ ਇੰਦਰੀ ਏਕ ਸੁਵਾਓ, ਦਿਸ਼ਟ ਵਿਕਾਰੀ ਨਾਹੀ ਭਉ ਭਾਓ, ਆਪ ਮਾਰੇ ਤਾਂ ਪਾਏ ਨਾਉ। ਪੰਨਾ 153। ਜੇਤਾ ਮੋਹ ਪ੍ਰੀਤ ਸੁਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾ ਬੈਸਣ ਨਾਹੀ ਜਾਏ। ਪੰਨਾ 662। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ, ਗੁਰ ਪੂਰੇ ਦੇਖਾ ਲਿਆ, ਵਿਣ ਨਾਮੇ ਸਭ ਬਾਦ, ਸਾਖਤ ਦੁਰਜਨ ਭਰਮਿਆ, ਜੋ ਲੱਗੇ ਦੂਜੇ ਸਾਧ, ਜਾਂ ਨਾਨਕ ਹਰ ਪ੍ਰਭ ਬੁਝਿਆ, ਗੁਰ ਸਤਿਗੁਰ ਕੈ ਪ੍ਰਸਾਦ। ਪੰਨਾ 957। ਅਰਥ, ਜੇ ਇੱਕ ਪ੍ਰਭੂ ਮਿੱਤਰ ਬਣ ਜਾਏ ਤਾਂ ਸਾਰੇ ਮਿੱਤਰ ਬਣ ਜਾਂਦੇ ਹਨ, ਪਰ ਜੇ ਇੱਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ। ਭਾਵ, ਇੱਕ ਪ੍ਰਭੂ ਨੂੰ ਮਿੱਤਰ ਬਣਾਇਆ ਸਾਰੇ ਜੀਵ ਪਿਆਰੇ ਲੱਗਦੇ ਹਨ ਤੇ ਪ੍ਰਭੂ ਤੋਂ ਵਿਛੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ। ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ
ਕਿ ਨਾਮ ਸਿਮਰਨ ਤੋਂ ਬਿਨਾਂ, ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾਂ ਹੋਰ ਹਰੇਕ ਕਾਰ ਵਿਅਰਥ ਹੈ, ਕਿਉਂਕਿ ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸਵਾਦ ਵਿੱਚ ਮਸਤ ਰਹਿੰਦੇ ਹਨ, ਉਹ ਭਟਕਦੇ ਫਿਰਦੇ ਹਨ। ਦਾਸ ਨਾਨਕ ਨੇ ਸਤਿਗੁਰੂ ਦੀ ਮਿਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ। ਪੰਨਾ ਨੰਬਰ 6। ਦੁਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ, ਨਿਤ ਨਿਤ ਲੇਹ ਨਾ ਚੀਜੈ ਦੇ, ਅੰਤਕਾਲ ਜਮ ਮਾਰੇ ਠੇ। ਐਸਾ ਦਾਰੂ ਖਾਹੇ ਗਵਾਰ, ਜਿਤ ਖਾਦੇ ਤੇਰੇ ਜਾਹੇ ਵਿਕਾਰ ਰਹਾ। ਰਾਜ ਮਾਲ ਜੋਬਨ ਸਭ ਸ਼ਾਮ, ਰਥ ਫਿਰੰਦੇ ਦੀਸੈ ਥਾਮ। ਦੇਹ ਨਾ ਨਾਉ ਨਾ ਹੋਵੈ ਜਾਤ, ਉਥੇ ਦੇਹ ਐਥੇ ਸਭ ਰਾਤ। ਸਾਧ ਕਰ ਸਮਧਾ ਤ੍ਰਿਸ਼ਨਾ ਘਿਓ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ। ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪ੍ਰਵਾਣ। ਤਪ ਕਾਗਦ ਤੇਰਾ ਨਾਮ ਨਿਸ਼ਾਨ, ਜਿਨ ਕੋ ਲਿਖਿਆ ਇਹ ਨਿਧਾਨ। ਸੇ ਤਨਮੰਤ ਦਿਸੇ ਕਰ ਜਾਏ, ਨਾਨਕ ਜਨਨੀ ਧੰਨੀ ਮਾਏ। ਪੰਨਾ 1257। ਰਸਨਾ ਸਾਧ ਚਖੇ ਭਾਏ ਦੂਜੈ, ਅਤ ਫੀਕੇ ਲੋਗ ਵਿਕਾਰੇ। ਜੋ ਗੁਰਮੁਖ ਸਾਧ ਚਖੇ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਪੰਨਾ 980। ਅਰਥ, ਜਿਸ ਮਨੁੱਖ ਦੀ ਜੀਭ ਮਾਇਆ ਦੇ ਮੋਹ ਦੇ ਕਾਰਨ ਹੋਰ ਪਦਾਰਥਾਂ ਦੇ ਸਵਾਦ ਚੱਖਦੀ ਰਹਿੰਦੀ ਹੈ, ਉਹ ਮਨੁੱਖ ਲੋਭ ਆਦਿਕ ਅਤ ਫਿੱਕੇ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਉਹ ਹੋਰ ਰਸਾਂ ਦਾ ਸਵਾਦ ਭੁਲਾ ਦਿੰਦੇ ਹਨ। ਅਗਲੇ ਗੁਰਬਾਣੀ ਸ਼ਬਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਲੋਕਾਂ ਦਾ ਪਾਜ ਉਘੇੜਿਆ ਹੈ, ਜਿਹੜੇ ਠੱਗੀਆਂ ਮਾਰਨ ਲਈ ਜ਼ਾਹਰਾ ਤੌਰ 'ਤੇ ਅੰਨ ਦੇ ਤਿਆਗੀ ਬਣ ਕੇ ਭਗਤ ਹੋਣ ਜਾਂ ਸੰਤ ਪੁਣੇ ਦਾ ਪਖੰਡ ਰਚਾ ਲੈਂਦੇ ਹਨ। ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੂਖੇ ਕਵਲ ਟਹਿਕੇਵ। ਧੰਨ ਉਹ ਸੰਤ ਜਿਨ ਐਸੀ ਜਾਨੀ, ਤਿਨ ਕੋ ਮਿਲਬੋ ਸਾਰੰਗ ਪਾਨੀ। ਆਦ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕੈ ਸਾਧ ਰਹਾ। ਜਪੀਏ ਨਾਮ ਜਪੀਏ ਅੰਨ, ਅੰਬੇ ਕੇ ਸੰਗ ਨੀਕਾ ਵਨ। ਅੰਨੇ ਬਾਹਰ ਜੋ ਨਰ ਹੋਵੇਂ, ਤੀਨ ਭਵਨ ਮੈਂ ਆਪਣੀ ਖੋਵੇਂ। ਛੋਡੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਓਏ ਰੰਡ। ਜਗ ਮੈਂ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇਂ ਵਟਕਾ ਸਾਰੀ। ਅੰਨੇ ਬਿਨਾ ਨ ਹੋਏ ਸੁਕਾਲ, ਤਜੈ ਅੰਨ ਨ ਮਿਲੇ ਗੋਪਾਲ। ਕਹੋ ਕਬੀਰ ਹਮ ਐਸੇ ਜਾਨਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਪੰਨਾ 873। ਅਰਥ, ਅੰਨ ਜਿਸ ਨੂੰ ਤਿਆਗਣ ਵਿੱਚ ਤੁਸੀਂ ਭਗਤੀ ਸਮਝਦੇ ਹੋ, ਪਰਮਾਤਮਾ ਤੋਂ ਹੀ ਪੈਦਾ ਹੋਇਆ ਹੈ, ਤੇ ਪਰਮਾਤਮਾ ਦਾ ਨਾਮ ਵੀ ਅੰਨ ਖਾਦਿਆਂ ਹੀ ਜਪਿਆ ਜਾ ਸਕਦਾ ਹੈ। ਰਹਾਓ, ਸੋ ਧੰਨ ਧਰਤੀ ਦਾ ਪਾਲਣ ਵਾਲਾ ਪ੍ਰਭੂ ਜੋ ਅੰਨ ਪੈਦਾ ਕਰਦਾ ਹੈ। ਧੰਨ ਹੈ ਸਤਿਗੁਰੂ ਜੋ ਐਸੇ ਪ੍ਰਭੂ ਦੀ ਸੂਝ ਬਖਸ਼ਦਾ ਹੈ, ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ ਫੁੱਲ ਵਾਂਗ ਟਹਿਕ ਪੈਂਦਾ ਹੈ। ਉਹ ਸੰਤ ਵੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਕਿ ਅੰਨ ਨਿੰਦਣਯੋਗ ਨਹੀਂ ਹੈ, ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ। ਉਹਨਾਂ ਨੂੰ ਪ੍ਰਭੂ ਮਿਲਦਾ ਹੈ, ਤਾਂ ਤੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਭਾਵ ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜ ਪ੍ਰੀਤ ਨਾਲ ਛਕੋ, ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ। ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਨਫ਼ਰਤ ਕਿਉਂ? ਜੋ ਮਨੁੱਖ ਅੰਨ 'ਤੇ ਤਰਕ ਕਰਦੇ ਹਨ, ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ। ਭਾਵ ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ। ਜੋ ਲੋਕ ਅੰਨ ਛੱਡ ਦੇਣ ਦਾ ਪਖੰਡ ਕਰਦੇ ਹਨ, ਉਹ ਉਹਨਾਂ ਕੁਚੱਜੀਆਂ ਜਨਾਨੀਆਂ ਵਾਂਗ ਹਨ ਜੋ ਨਾ ਸੁਹਾਗਣਾ ਹਨ ਨਾ ਰੰਡੀਆਂ। ਅੰਨ ਛੱਡਣ ਵਾਲੇ ਸਾਧੂ ਲੋਕਾਂ ਵਿੱਚ ਆਖਦੇ ਫਿਰਦੇ ਹਨ, ਅਸੀਂ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਪਿੰਨੀ ਖਾ ਜਾਂਦੇ ਹਨ। ਅੰਨ ਤੋਂ ਬਗੈਰ ਸੁਕਾਲ ਨਹੀਂ ਹੁੰਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਕਬੀਰ ਜੀ ਦਾ ਫਰਮਾਨ ਹੈ ਕਿ ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ, ਜਿਸ ਨੂੰ ਖਾਦਿਆਂ ਸਿਮਰਨ ਕਰਕੇ ਸਾਡਾ ਮਨ ਪ੍ਰਭੂ ਨਾਲ ਜੁੜਦਾ ਹੈ। ਭਾਗ ਦੂਜਾ, ਗੁਰੂ ਸ਼ਬਦ ਅਥਵਾ ਪ੍ਰਭੂ ਨਾਮ ਰਸ ਦਾ ਸਵਾਦ। ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ। ਸੱਚੇ ਸੇਵ
ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ। ਪੰਨਾ 115। ਅਰਥ, ਜਦੋਂ ਕੋਈ ਵਡਭਾਗੀ ਬੰਦੇ ਗੁਰੂ ਦੇ ਸ਼ਬਦ ਦਾ ਸਵਾਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਿਕ ਜੀਵਨ ਨੂੰ ਪਛਾਣਦੇ ਹਨ, ਪਰਖਦੇ ਪੜਤਾਲਦੇ ਰਹਿੰਦੇ ਹਨ। ਗੁਰੂ ਦੀ ਪਵਿੱਤਰ ਬਾਣੀ ਦੀ ਰਾਹੀਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਉਚਾਰਦੇ ਰਹਿੰਦੇ ਹਨ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਥਿਰ ਆਤਮਿਕ ਆਨੰਦ ਮਾਣਦੇ ਹਨ ਅਤੇ ਪ੍ਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿੱਚ ਇਉਂ ਵਸਾਉਂਦੇ ਹਨ ਜਿਵੇਂ ਉਹ ਦੁਨੀਆ ਦੇ ਸਾਰੇ 9 ਖਜ਼ਾਨੇ ਹਨ। ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਕੇ ਬਰਨੇ ਨਾ ਜਾਹੀ। ਪੰਨਾ 742। ਹੇ ਭਾਈ, ਸਾਧ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੇਣ ਵਾਲਾ ਹਰਨਾਮ ਭੋਜਨ ਆਪਣੇ ਮਨ ਵਿੱਚ ਖਾਇਆ ਕਰ। ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸਵਾਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਪੰਨਾ 560। ਜਪ ਮਨ ਰਾਮ ਨਾਮ ਸੁਖ ਦਾਤਾ, ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ। ਪੰਨਾ 984। ਅਰਥ, ਹੇ ਮੇਰੇ ਮਨ, ਪ੍ਰਮਾਤਮਾ ਦਾ ਨਾਮ ਜਪਿਆ ਕਰ। ਪ੍ਰਮਾਤਮਾ ਸਾਰੇ ਸੁੱਖ ਦੇਣ ਵਾਲਾ ਹੈ। ਸਾਧ ਸੰਗਤ ਵਿੱਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ। ਵਿਣ ਚਾਖੇ ਸਾਧ ਕਿਸੇ ਨਾ ਆਇਆ, ਗੁਰ ਕੇ ਸ਼ਬਦ ਅੰਮ੍ਰਿਤ ਪੀਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੇ ਸ਼ਬਦ ਰਸ ਤਾਹਾ ਹੈ। ਪੰਨਾ 1056। ਹਾਰਸ ਜਨ ਚਖੋ ਜੇ ਭਾਈ, ਤਉ ਕਤ ਅਨੰਤ ਸਾਧ ਲੁਬਾਈ ਰਹਾ। ਪੰਨਾ 733। ਅਰਥ, ਪਿਆਰੇ ਸੱਜਣੋ, ਤੁਸੀਂ ਪਰਮਾਤਮਾ ਦੇ ਨਾਮ ਦਾ ਸਵਾਦ ਚੱਖ ਲਓ ਤਾਂ ਫਿਰ ਕਿਸੇ ਵੀ ਹੋਰ ਸਵਾਦ ਵਿੱਚ ਨਹੀਂ ਫਸੋਗੇ। ਰਹਾਓ। ਵਿਦਿਆ ਮੈਂ ਬਦਅੰਸੀ ਰਚਿਆ, ਨੈਣ ਦੇਖ ਸੁਖ ਪਾਵੇਂ। ਜੈਸੇ ਰਸਨਾ ਸਾਧ ਲੁਬਾਨੀ, ਤਿਉ ਹਰ ਜਨ ਹਰ ਗੁਣ ਗਾਵੇਂ। ਪੰਨਾ 613। ਅਰਥ, ਹੈ ਭਾਈ, ਵਿਦਵਾਨ ਮਨੁੱਖ ਵਿਦਿਆ ਪੜ੍ਹਨ ਪੜ੍ਹਾਉਣ ਵਿੱਚ ਖੁਸ਼ ਰਹਿੰਦਾ ਹੈ। ਅੱਖਾਂ ਪਦਾਰਥ ਵੇਖ ਵੇਖ ਕੇ ਸੁੱਖ ਮਾਣਦੀਆਂ ਹਨ। ਹੈ ਭਾਈ, ਜਿਵੇਂ ਜੀਭ ਸੁਆਦਲੇ ਪਦਾਰਥਾਂ ਦੇ ਸਵਾਦ ਚੱਖਣ ਵਿੱਚ ਖੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ। ਮਨ ਪ੍ਰਤੀਤ ਨਹੀਂ ਆਈਆ, ਸਹਿਜ ਨਾ ਲੱਗੋ ਭਾਓ। ਸ਼ਬਦੇ ਸਾਧ ਨਾ ਪਾਇਓ, ਮਨ ਅਟਕਿਆ ਗੁਣ ਗਾਏ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਪੰਨਾ 549। ਨੇਤਰ ਸੰਤੋਖ ਦਰਸ਼ ਪੇਖ, ਰਸਨਾ ਗਾਏ ਗੁਣ ਅਨੇਕ। ਤ੍ਰਿਸ਼ਨਾ ਬੂਝੀ ਗੁਰ ਪ੍ਰਸਾਦ, ਮਨ ਆਗਾਨਾ ਹਰ ਰਸੈ ਸਵਾਦ। ਪੰਨਾ 1181। ਹਉ ਵਾਰੀ ਜਿਉ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚਾਖੇ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਪੰਨਾ 128। ਭਾਗ ਤੀਜਾ। ਮਿੱਠਾ ਕੇ ਕੌੜਾ। ਸਭ ਉਪਾਇਨ ਆਪ ਆਪੇ ਨਦਰ ਕਰੇ। ਕੌੜਾ ਕੋਈ ਨਾ ਮੰਗੈ, ਮੀਠਾ ਸਭ ਮੰਗੈ। ਸਭ ਕੋ ਮੀਠਾ ਮੰਗ ਦੇਖੈ, ਖਸਮ ਭਾਵੈ ਸੋ ਕਰੇ। ਕਿਛ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮਸਰੇ। ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਦੇ। ਸਭ ਉਪਾਇਨ ਆਪ ਆਪੇ ਨਦਰ ਕਰੇ। ਪੰਨਾ 566। ਅਰਥ, ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਆਪ ਪੈਦਾ ਕੀਤੀ ਹੈ। ਆਪ ਹੀ ਹਰੇਕ ਜੀਵ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ। ਉਸ ਦੇ ਦਰ ਤੋਂ ਸਭ ਜੀਵਾਂ ਦਾਤਾਂ ਮੰਗਦੇ ਹਨ। ਕੌੜੀ ਚੀਜ਼ ਵੀ ਨਹੀਂ ਮੰਗਦਾ। ਹਰੇਕ ਜੀਵ ਮਿੱਠੀਆਂ ਸੁਖਦਾਈ ਚੀਜ਼ਾਂ ਹੀ ਮੰਗਦਾ ਹੈ। ਹਰੇਕ ਜੀਵ ਮਿੱਠੇ ਪਦਾਰਥਾਂ ਦੀ ਮੰਗ ਹੀ ਮੰਗਦਾ ਹੈ। ਪਰ ਖਸਮ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ। ਜੀਵ ਦੁਨੀਆ ਦੇ ਮਿੱਠੇ ਪਦਾਰਥਾਂ ਦੀ ਖਾਤਰ ਦਾਨ ਪੁੰਨ ਕਰਦੇ ਹਨ। ਇਹੋ ਜਿਹੇ ਹੋਰ ਵੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਉਦਮ ਨਹੀਂ ਹੈ। ਇਹ ਨਾਨਕ, ਜਿਨ੍ਹਾਂ ਬੰਦਿਆਂ ਉੱਤੇ ਧੁਰੋਂ ਪਰਮਾਤਮਾ ਵੱਲੋਂ ਕਦੇ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਅਤੇ ਆਪ ਹੀ ਸਭ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ। ਗੁਰਬਾਣੀ ਵਿੱਚ ਕੌੜਾ ਲਫ਼ਜ਼ ਮਿੱਠੇ ਪਦ ਨਾਲ ਕਈ ਵਾਰੀ ਆਇਆ ਹੈ, ਪਰ ਕੇਵਲ ਜ਼ੁਬਾਨ ਦੇ ਸਵਾਦ ਪਰਥਾਈ ਨਹੀਂ, ਸਗੋਂ ਹੋਰ ਅਰਥਾਂ ਵਿੱਚ ਵੀ।
मीठे को कौड़ा कहे, कड़ुए को मीठा, राते की निंदा करें, ऐसा काल में डीठा। पन्ना 229। अर्थ, नाम रस होरां रसां नालों मिठा है, इस नूं कौड़ा आखदा है। विषयां दा रस अंत नूं कौड़ा दुखदाई साबित हुंदा है। प्रभु दे नाम रंग ਵਿੱਚ ਰੰਗੇ ਹੋਏ ਦੀ ਨਿੰਦਾ ਕਰਦੇ ਹਨ। ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿੱਚ ਆ ਰਿਹਾ। ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ, ਸਾਧ ਆਇਆ ਤਿਨ ਹਰਜਨਾ, ਚੱਖ ਸਾਧੀ ਡਿੱਠਾ। ਪਾਹਰ ਬ੍ਰਹਮ ਜਿਸ ਲਿਖਿਆ, ਮਨ ਤਿਸੇ ਉਠਾ, ਇੱਕ ਨਿਰੰਜਨ ਰਬ ਰਹਿਆ, ਭਾਉ ਦੂਆ ਕੁੱਠਾ। ਪੰਨਾ 321। ਅਰਥ, ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ ਆਖਰ ਕੌੜੀਆਂ ਹੋ ਜਾਂਦੀਆਂ ਹਨ, ਇੱਕ ਸੱਚੇ ਪ੍ਰਭੂ ਦਾ ਨਾਮ ਹੀ ਸਦਾ ਮਿੱਠਾ ਰਹਿੰਦਾ ਹੈ। ਪਰ ਇਹ ਸਵਾਦ ਸਾਧ ਹਰਜਨਾਂ ਨੂੰ ਹੀ ਆਉਂਦਾ ਹੈ, ਜਿਨ੍ਹਾਂ ਇਹ ਨਾਮ ਰਸ ਚੱਖ ਕੇ ਵੇਖਿਆ ਹੈ, ਤੇ ਉਸੇ ਮਨੁੱਖ ਦੇ ਮਨ ਵਿੱਚ ਇਹ ਸਵਾਦ ਆ ਕੇ ਵਸਦਾ ਹੈ ਜਿਸ ਦੇ ਭਾਗਾਂ ਵਿੱਚ ਪਾਰ ਬ੍ਰਹਮ ਨੇ ਲਿਖ ਦਿੱਤਾ ਹੈ। ਐਸੇ ਭਾਗਾਂ ਵਾਲੇ ਨੂੰ ਮਾਇਆ ਰਹਿਤ ਪ੍ਰਭੂ ਹਰ ਥਾਂ ਦਿਸਦਾ ਹੈ। ਉਸ ਮਨੁੱਖ ਦਾ ਦੂਜਾ ਭਾਵ ਨਾਸ਼ ਹੋ ਜਾਂਦਾ ਹੈ। ਆਪ ਹੀ ਇਹ ਬਚਨ ਲਿਖਣ ਵਾਲੇ ਸਤਿਗੁਰੂ ਜੀ ਇਹ ਕਹਿ ਰਹੇ ਹਨ ਕਿ ਸਿਵਾਏ ਨਾਮ ਰਸ ਦੇ ਬਾਕੀ ਸਾਰੇ ਪਦਾਰਥ ਕੌੜੇ ਹਨ। ਸ਼ਲੋਕ ਮਹੱਲਾ ਪਹਿਲਾ। ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੜਿਆਂ ਵਿਸ ਹੋਏ ਵਿਛੋੜਾ, ਇੱਕ ਘੜੀ ਮੈਂ ਜਾਏ। ਜੇ ਸੌ ਵਰਿਆਂ ਮਿੱਠਾ ਖਾਜੈ, ਭੀ ਫਿਰ ਕੌੜਾ ਖਾਏ। ਮਿੱਠਾ ਖਾਧਾ ਚਿਤ ਨ ਆਵੇ, ਘੁੜਤਨ ਧਾਏ ਜਾਏ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁਤੇ ਭੋਗ। ਝੱਖ ਝੱਖ ਝਖਣਾ, ਝਗੜਾ ਝਾਖ, ਝੱਖ ਝੱਖ ਜਾਹੇ, ਚੱਖੈ ਤਿਨ ਪਾਸ। ਪੰਨਾ 1243। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨ ਹੋਵਨ ਮੀਠਾ, ਵਿਖਿਆ ਮੈਂ ਲਪਟਾਏ ਜਰੇ। ਪੰਨਾ 833। ਅਰਥ, ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀਆਂ ਨਾਲ ਪਿਆਰ, ਇਹ ਹਨ ਜੀਵਾਂ ਦੀਆਂ ਕਰਤੂਤਾਂ। ਪਰਮਾਤਮਾ ਦਾ ਨਾਮ ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ, ਇਹ ਹਨ ਨਿੱਤ ਦਾ ਸੁਭਾਅ ਜੀਵਾਂ ਦਾ। ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਖਿੱਚਦੇ ਰਹਿੰਦੇ ਹਨ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਕੌੜਾ ਹੋਇਆ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ। ਭੋਗ ਪਹੁੰਚਾਏ ਭੁਲਾਇਨ ਪਿਆਰੇ, ਉਤਰੇ ਨਹੀਂ ਵਿਜੋਗ। ਜੋ ਗੁਰ ਮੇਲ ਉਧਾਰਿਆ ਪਿਆਰੇ, ਤਿਨ ਤੁਰੇ ਪਿਆ ਸੰਜੋਗ। ਪੰਨਾ 641। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਭਾਈ ਮੀਤ ਸੁਰਿਧ ਕੀਏ। ਵਿਖਿਆ ਰਚਿਆ ਬਾਦ, ਜਾਂਦੇ ਬਿਲਮ ਨ ਹੋਵਈ। ਵਿਣ ਨਾਵੇਂ ਬਿਸਮਾਦ, ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ। ਜੋ ਦੀਸੈ ਸੋ ਵਿਣਸਣਾ, ਮਨ ਕੀ ਮਤ ਤਿਆਗ। ਪੰਨਾ 50। ਅਰਥ, ਹੈ ਮੇਰੇ ਮਨ, ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਰੁੱਝਾ ਰਹੋ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ ਜੋ ਕੁਝ ਦਿਸ ਰਿਹਾ ਹੈ ਸਭ ਨਾਸ਼ਵੰਤ ਹੈ। ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ ਭੋਗਾਂ ਦਾ ਸਵਾਦ ਅੰਤ ਵਿੱਚ ਕੌੜਾ ਦੁਖਦਾਈ ਸਾਬਤ ਹੁੰਦਾ ਹੈ। ਵਿਕਾਰ ਤੇ ਰੋਗ ਪੈਦਾ ਹੁੰਦੇ ਹਨ। ਮਨੁੱਖ ਜਗਤ ਵਿੱਚ ਭਰਾ ਮਿੱਤਰ ਦੋਸਤ ਆਦਿਕ ਬਣਾਉਂਦਾ ਹੈ ਤੇ ਇਹ ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ। ਪਰ ਅਚਰਜ ਗੱਲ ਇਹ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਵੀ ਚੀਜ਼ ਨੂੰ ਨਾਸ਼ ਹੁੰਦਿਆਂ ਚਿਰ ਨਹੀਂ ਲੱਗਦਾ। ਪੌੜੀ। ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ, ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ, ਆਪੇ ਮੁਨੀ ਵਰਤਦਾ, ਆਪੇ ਕਥੇ ਗਿਆਨਾ। ਕੌੜਾ ਕਿਸੇ ਨਾ ਲੱਗਈ, ਸਭਨਾ ਹੀ ਭਾਨਾ, ਉਸਤਤ ਬਰ ਨ ਸਕੀਏ, ਸਾਧ ਸਾਧ ਕੁਰਬਾਨਾ। ਪੰਨਾ 556। ਭਾਗ ਚੌਥਾ। ਮੀਠ, ਮਿੱਠਾ, ਮਿੱਠੜਾ, ਮਿਸ਼ਟ। ਜ਼ਬਾਨ ਨੂੰ ਅਥਵਾ ਹਿਰਦੇ ਨੂੰ ਲੱਗਣ ਵਾਲਾ ਮਿੱਠਾ, ਫਿੱਕਾ, ਕੌੜਾ ਆਦਿ ਸਵਾਦ ਵੀ ਮਾਇਆ ਦਾ ਹੀ ਰੂਪ ਹੈ। ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਵਿੱਚ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਫਰਮਾਉਣ ਵਾਲੇ ਸਤਿਗੁਰਾਂ ਕੋਲੋਂ ਆਓ ਰਸਾਂ ਦੇ ਇਸ ਰੂਪ ਦੀ ਵਰਤੋਂ ਬਾਰੇ ਗੁਰਮਤਿ ਪ੍ਰਾਪਤ ਕਰਕੇ ਇਸ ਪੱਖੋਂ ਵੀ ਜੀਵਨ ਜੁਗਤ ਸਵਾਰਨ ਜੋਗੇ ਬਣਨ ਦਾ ਉਪਰਾਲਾ ਕਰੀਏ। ਗੁਸਾਈ ਮਹਿੰਡਾ ਇਠੜਾ, ਅੰਬੇ ਥਾਵੋਂ ਮਿੱਠੜਾ, ਭੈਣ ਭਾਈ ਸਭ ਸੱਜਣਾ, ਤਦ ਜਿਹਾ ਨਾਹੀ ਕੋਈ ਜੀਓ। ਪੰਨਾ 73।
ਅਰਥ ਸ੍ਰਿਸ਼ਟੀ ਦਾ ਮਾਲਕ ਮੇਰਾ ਪ੍ਰਭੂ ਬਹੁਤ ਪਿਆਰਾ ਮਿੱਠਾ ਹੈ। ਮੈਨੂੰ ਆਪਣੇ ਮਾਂ ਪਿਓ ਨਾਲੋਂ ਵੀ ਵਧੇਕ ਮਿੱਠਾ ਲੱਗ ਰਿਹਾ। ਹੇ ਪ੍ਰਭੂ, ਭੈਣ ਭਰਾ ਤੇ ਹੋਰ ਸਾਰੇ ਸਾਗ ਸੈਣ ਮੈਂ ਵੇਖ ਪਰਖ ਲਏ ਹਨ। ਤੇਰੇ ਬਰਾਬਰ ਦਾ ਹੋਰ ਕੋਈ ਪਿਆਰ ਕਰਨ ਵਾਲਾ ਨਹੀਂ ਹੈ। ਤੇਰਾ ਕੀਤਾ ਜਿਸ ਲਾਗੇ ਮੀਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ। ਥਾਨ ਥਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ। ਪੰਨਾ 131। ਮੀਠੇ ਹਰ ਗੁਣ ਗਾਓ ਜਿੰਦੂ, ਤੂੰ ਮੀਠੇ ਹਰ ਗੁਣ ਗਾਓ। ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇਂ ਥਾਉ। ਪੰਨਾ 218। ਅਰਥ, ਹੇ ਮੇਰੀ ਜਿੰਦੇ, ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਉਂਦੀ ਰਿਹਾ ਕਰ। ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰਤੇ ਰਿਹਾ। ਉਸ ਮਨੁੱਖ ਨੂੰ ਵੀ ਹਰ ਥਾਂ ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕੋਈ ਢੋਈ ਨਹੀਂ ਮਿਲਦੀ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂ ਤੇ ਮੋਹ ਡੀਠਾ। ਪੰਨਾ 187। ਅਰਥ, ਹੇ ਭਾਈ, ਗੁਰੂ ਦਾ ਸ਼ਬਦ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ। ਉਸ ਦੀ ਬਰਕਤ ਨਾਲ ਮੈਂ ਪਰਮਾਤਮਾ ਦਾ ਦਰਸ਼ਨ ਕਰ ਰਿਹਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਪੰਨਾ 293। ਮਾਇਆ ਜ਼ਹਿਰ ਨੂੰ ਮਿੱਠੀ ਕਰਕੇ ਖਾਣ ਬਾਰੇ ਵੀ ਗੁਰਮਤਿ ਉਪਦੇਸ਼। ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਿਪਟਿਓ ਅਸਨੇ। ਸਿਰ ਉੱਪਰ ਠਾਢੋ ਧਰਮ ਰਾਏ, ਮਿੱਠੀ ਕਰ ਕਰ ਵਿਖਿਆ ਖਾਏ। ਪੰਨਾ 178। ਅਰਥ, ਮੂਰਖ ਮਨੁੱਖ ਦਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮਾਇਆ ਦੀਆਂ ਆਸਾਂ ਨਾਲ ਜਕੜਿਆ ਰਹਿੰਦਾ ਹੈ। ਮੂਰਖ ਮਨੁੱਖ ਕਾਮ ਕ੍ਰੋਧ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ, ਭਾਵ ਮੌਤ ਦਾ ਸਮਾਂ ਨੇੜੇ ਆ ਰਿਹਾ ਹੈ। ਪਰ ਮੂਰਖ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ। ਮਾਇਆ ਦੀ ਮਿਠਾਸ ਦੇ ਮੋਹ ਤੋਂ ਹੀ ਮੱਖੀ ਗੁੜ ਵਿੱਚ ਫਸ ਜਾਂਦੀ ਹੈ। ਕਾਮ ਰੂਪੀ ਮਾਇਆ ਦੇ ਮੋਹ ਵਿੱਚ ਹਾਥੀ ਟੋਏ ਵਿੱਚ ਡਿੱਗ ਕੇ ਫੜਿਆ ਜਾਂਦਾ ਹੈ ਤੇ ਸਾਰੀ ਉਮਰ ਪਰ ਅਧੀਨ ਰਹਿਣ ਦਾ ਦੁੱਖ ਸਹੇੜ ਲੈਂਦਾ ਹੈ। ਇਵੇਂ ਹੰਕਾਰੀ ਮਨੁੱਖ ਵਿਕਾਰਾਂ ਰੂਪੀ ਮਾਇਆ ਮੋਹ ਤੋਂ ਉਪਜੇ ਵਿਕਾਰਾਂ ਦੇ ਖੂਹ ਵਿੱਚ ਫਸ ਦੀਨ ਦੁਨੀਆ ਗਵਾ ਕੇ ਖੱਜਲ ਖੁਆਰ ਹੁੰਦਾ ਹੈ। ਮਿੱਠੇ ਮੁਖ ਮੂਆ ਕਿਉਂ ਲਏ ਉਡਾਰੀ, ਹਸਤੀ ਗਰਤ ਪਿਆ ਕਿਉਂ ਤਰੀਏ ਤਾਰੀ। ਤਰਨ ਦੁਹੇਲਾ ਭਇਆ ਖਿਨ ਮੈਂ ਖਸਮ ਚਿਤ ਨ ਆਇਓ, ਦੁੱਖਾਂ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ। ਗੂਝਾ ਕਮਾਣਾ ਪ੍ਰਗਟ ਹੋਵਾ ਈਟ ਉੱਤੇ ਖੁਆਰੀ, ਨਾਨਕ ਸਤਿਗੁਰ ਬਾਝ ਮੂਠਾ ਮਨ ਮੁਖੋ ਅਹੰਕਾਰੀ। ਪੰਨਾ 460। ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਵਿਚਾਰ ਨ ਜਾਣਿਆ। ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ। ਪੰਨਾ 487। ਮਿੱਠਾ ਸੋ ਜੋ ਭਾਵਦਾ, ਸੱਜਣ ਸੋ ਜੇ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪ੍ਰਗਾਸ। ਪੰਨਾ 517। ਗੰਨੇ ਦੀ ਮਿਠਾਸ ਦੀ ਉਦਾਹਰਣ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਜਲ ਪੁਰਾਇਨ ਰਸ ਕਮਲ ਪਰੀਖ, ਸ਼ਬਦ ਰਤੇ ਮੀਠੇ ਰਸ ਈਖ। ਪੰਨਾ 152। ਗੰਨੇ ਨੂੰ ਮਿੱਠਾ ਫਰਮਾਨ ਕਰਕੇ ਉਸ ਤੋਂ ਵਡਮੁੱਲਾ ਉਪਦੇਸ਼। ਵੇਖ ਜੇ ਮਿੱਠਾ ਕਟਿਆ, ਕੱਟ ਕੁੱਟ ਬੱਧਾ ਪਾਏ। ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ। ਰਸ ਕਸ ਟਟਰ ਪਾਈਐ, ਤਪੈ ਤੈ ਵਿਲ ਲਾਏ। ਭੀ ਸੋ ਫੋਗ ਸੰਭਾਲੀਐ, ਦੀਚੇ ਅੱਗ ਜਲਾਏ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾਂ ਆਏ। ਪੰਨਾ 143। ਅਰਥ, ਹੇ ਭਾਈ ਵੇਖ, ਗੰਨਾ ਮਿੱਠਾ ਵੱਢੀਦਾ ਹੈ, ਛਿੱਲ ਛਿੱਲ ਕੇ ਰੱਸੀ ਪਾ ਕੇ ਬੰਨ੍ਹ ਲਈਦਾ ਹੈ, ਭਾਵ ਭਰੀਆਂ ਬੰਨ੍ਹ ਲਈਦੀਆਂ। ਫਿਰ ਵੇਲੜੇ ਦੀਆਂ ਲੱਠਾਂ ਵਿੱਚ ਰੱਖ ਕੇ ਭਲਵਾਨ ਭਾਵ ਜ਼ਿਮੀਂਦਾਰ ਇਸ ਨੂੰ ਮਨ ਨੂੰ ਸਜ਼ਾ ਦਿੰਦੇ ਹਨ, ਭਾਵ ਪੀੜਦੇ ਹਨ। ਸਾਰੀ ਰੋਹ ਕੜਾਹੇ ਵਿੱਚ ਪਾ ਲਈਦੀ ਹੈ। ਅੱਗ ਦੇ ਸੇਕ ਨਾਲ ਇਹ ਰੋਹ ਕੜ੍ਹਦੀ ਹੈ ਤੇ ਮਨ ਨੂੰ ਵਿਲਕਦੀ ਹੈ। ਗੰਨੇ ਦਾ ਉਹ ਫੂਗ ਚੂਰਾ ਵੀ ਸਾਂਭ ਲਈਦਾ ਹੈ ਤੇ ਸੁਕਾ ਕੇ ਕੜਾਹੇ ਹੇਠ ਅੱਗ ਵਿੱਚ ਸਾੜ ਦਈਦਾ ਹੈ। ਚੂਰਾ ਬਾਲਣ ਦੇ ਥਾਂ ਵਰਤ ਲਈਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸੰਬੋਧਨ ਕਰਦੇ ਹੋਏ ਫਰਮਾਉਂਦੇ ਹਨ, ਇਹ ਲੋਕੋ, ਆ ਕੇ ਗੰਨੇ ਦਾ ਹਾਲ ਵੇਖੋ। ਮਿੱਠੇ ਦੇ ਕਾਰਨ, ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ ਖੁਆਰ ਪਤਰੀਏ ਹੋਈਦਾ ਹੈ। ਭਾਗ ਪੰਜਵਾਂ ਫਿੱਕਾ। ਗੁਰਬਾਣੀ ਵਿੱਚ ਫਿੱਕਾ ਪਦ ਵਿਸ਼ੇਸ਼ ਕਰਕੇ
ਬੋਲਣ ਦੇ ਸਬੰਧ ਵਿੱਚ ਬਹੁਤ ਵਾਰੀ ਆਇਆ ਹੈ। ਸਤਿਗੁਰਾਂ ਨੂੰ ਫਿੱਕੇ ਬਚਨ ਬੋਲਣੇ ਨਹੀਂ ਪਾਏ। ਫਿੱਕਾ ਬੋਲਣ ਨਾਲ ਸੰਬੰਧਿਤ ਲਗਭਗ ਸਾਰੇ ਫਰਮਾਨ ਇਸ ਪੁਸਤਕ ਮਾਲਾ ਦੇ ਚੌਥੇ ਭਾਗ ਦੇ 5ਵੇਂ ਕਾਂਡ ਵਿੱਚ ਅਰਥਾਂ ਸਮੇਤ ਲਿਖੇ ਜਾ ਚੁੱਕੇ ਹਨ। ਪਾਠਕਾਂ ਦੀ ਸਹੂਲਤ ਲਈ ਇੱਥੇ ਯਾਦ ਤਾਜ਼ੀ ਕਰਵਾਉਣ ਹਿੱਤ ਦੁਬਾਰਾ ਲਿਖੇ ਗਏ ਹਨ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਬਿਗੁਚਣਾ, ਸੁਣ ਮੂਰਖ ਮਨ ਆਜਾਣ। ਸੋ ਤਿਸ ਭਾਵੇਂ ਸੇ ਭਲੇ, ਹੋਰ ਕੇ ਕਹਿਣ ਵਖਾਣ। ਪੰਨਾ 15। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ। ਹਿਆਉ ਨਾ ਕਾਹੀਂ ਠਾਹੇ, ਮਾਣਕ ਸਭ ਅਮੁੱਲ ਵੇ। ਪੰਨਾ 1384। ਅਰਥ, ਇੱਕ ਵੀ ਫਿੱਕਾ ਬਚਨ ਨਾ ਬੋਲੋ, ਕਿਉਂਕਿ ਸਭ ਵਿੱਚ ਸੱਚਾ ਮਾਲਕ ਵਸ ਰਿਹਾ ਹੈ। ਕਿਸੇ ਦਾ ਵੀ ਦਿਲ ਨਾ ਦੁਖਾ, ਕਿਉਂਕਿ ਇਹ ਸਾਰੇ ਜੀਵ ਅਮੋਲਕ ਮੋਤੀ ਹਨ। ਨਾਨਕ ਫਿੱਕੈ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਧੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸੱਟੀਐ, ਮੋਂ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹੇ ਸਜਾਏ। ਪੰਨਾ 473। ਦੁਰਮਤ ਝੂਠੀ ਬੁਰੀ ਬੁਰਿਆਰ, ਔਗਣ ਯਾਰੀ ਔਗਣ ਯਾਰ। ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨ ਪਾਈ ਹੈ। ਪੰਨਾ 1047। ਸ਼ਬਦੇ ਸਾਧ ਨ ਆਇਓ, ਨਾਮ ਨ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਈਆਂ ਕਮਾਵਣਾ, ਕੋਏ ਨ ਮੇਟਣ ਹਾਰ। ਪੰਨਾ 594। ਭਾਗ 6ਵਾਂ ਰਸ। ਮਹਾਨ ਕੋਸ਼ ਅਨੁਸਾਰ 1011 ਤੇ 12 ਸਫ਼ੇ ਤੇ ਰਸ ਲਫ਼ਜ਼ ਦੇ ਅਰਥ ਇਸ ਪ੍ਰਕਾਰ ਹਨ। ਸਵਾਦ ਲੈਣਾ, ਚਖਣਾ, ਪ੍ਰੀਤੀ ਕਰਨਾ। ਨੰਬਰ 2, ਰਸਨਾ ਨਾਲ ਗ੍ਰਹਿਣ ਕਰਨ ਯੋਗ ਮਿਠਾਸ ਆਦਿ ਗੁਣ। ਰਸ ਭੋਗੇ ਖੁਸ਼ੀਆਂ ਕਰੇ, ਮਾਣੇ ਰੰਗ ਅਪਾਰ। ਨੰਬਰ 3, ਅੰਨ ਆਦਿ ਖਾਦੇ ਪਦਾਰਥਾਂ ਦਾ ਪ੍ਰਣਾਮ, ਜੋ ਸਰੀਰ ਨੂੰ ਪੁਸ਼ਟ ਕਰਨ ਵਾਲਾ ਧਾਤ ਹੈ। ਨੰਬਰ 4, ਫੁੱਲ ਦੀ ਮਿਠਾਸ ਮਧ। ਨੰਬਰ 5, ਵੀਰੇ ਮਨੀ। ਨੰਬਰ 6, ਪ੍ਰੇਮ ਪਿਆਰ, ਮਾਤ ਪਿਤਾ ਭਾਈ ਸੁਤ ਬਨਤਾ, ਤਾਕੇ ਰਸ ਲਪਟਾਨਾ। ਨੰਬਰ 7, ਪਾਰਾ। ਨੰਬਰ 8, ਜਲ। ਅਗਨ ਰਸ ਸੁਖ ਹੈ। ਨੰਬਰ 9, ਕਾਵਿ ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਭਾਵ, ਜੋ ਕਾਵਿ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ। ਰਸ ਰੂਪ ਰੰਗ ਅਨੰਤ ਬੀਠੁਲ, ਸਾਸ ਸਾਸ ਧਿਆਵਣਾ। ਰਤ ਹਾਸ ਸ਼ੋਕ ਕ੍ਰੋਧ ਉਤਸ਼ਾਹ, ਭੈ ਨਿੰਦਾ ਆਚਰਜ ਨਿਰਵੇਦ। ਸਥਾਈ ਭਾਵਾਂ ਦੀ ਪਰਿਪੱਕ ਅਵਸਥਾ ਹੀ 9 ਰਸ ਹਨ। ਇਹਨਾਂ ਰਸਾਂ ਦੇ ਸਮਝਣ ਲਈ ਭਾਵ ਸ਼ਬਦ ਦਾ ਅੰਗ 14 ਚੰਗੀ ਤਰ੍ਹਾਂ ਵਿਚਾਰਨਾ ਚਾਹੀਏ। ਇੱਥੇ 9 ਰਸਾਂ ਦੇ ਉਦਾਹਰਣ ਦਿਖਾਏ ਜਾਂਦੇ ਹਨ। ਭਾਗ ਗੂੜਾ। ਸ਼ਿੰਗਾਰ। ਕਾਜਲ ਹਾਰ ਤੰਬੋਲ ਸਭੇ ਕੇ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਭਾਜਿਆ। ਹੁਣ ਹੈ ਮਹੱਲਾ 5ਵਾਂ। ਐੜਾ। ਹਾਸੈ। ਮੋਰ ਮੋਰ ਕਰ, ਅਧਿਕ ਲਾਡ ਧਰ, ਪੇਖਤ ਹੀ ਜਮ ਰਾਉ ਹਸੈ। ਕਬੀਰ ਜੀ। ਜਦ ਮਾਂ ਅਨੇਕ ਪ੍ਰਕਾਰ ਦਾ ਮੂੰਹ ਬਣਾ ਕੇ ਮੇਰਾ ਬੱਚਾ, ਮੇਰਾ ਲਾਲ, ਮੇਰਾ ਸੋਹਣਾ ਆਖਦੀ ਹੈ, ਤਾਂ ਜਮਰਾਜ ਨੂੰ ਉਸ ਦੀ ਹਰਕਤ ਤੇ ਹਾਸਾ ਆਉਂਦਾ ਹੈ। ਭਾਗ ਈੜੀ। ਕਰੁਣਾ। ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਧੂਰ। ਸੇ ਸਿਰ ਕਾਤੀ ਮੁਨੀਅਨ, ਗਲ ਵਿੱਚ ਆਵੇ ਧੂੜ। ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਆਸਾ ਮਹੱਲਾ ਪਹਿਲਾ। ਦੇਹਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ। ਲਾਟ ਛਿਟਕਾਈ ਤੇਰੀਆ ਰੂਵੈ, ਹੰਸ ਅਕੇਲਾ ਜਾਈ। ਆਸਾ ਕਬੀਰ ਜੀ। ਭਾਗ ਸੱਸਾ। ਰੌਦਰ। ਜਾਂ ਤੁਧ ਭਾਵੇਂ, ਤੇਗ ਵਗਾਵੇਂ, ਸਿਰ ਮੁੰਡੀ ਕੱਟ ਜਾਵੇਂ। ਭਾਗ ਹਾਹਾ। ਵੀਰ। ਰਣ ਦੇਖ ਸੂਰੇ ਚਿੱਤ ਉਲਾਸ। ਬਸੰਤ ਮਹੱਲਾ 5ਵਾਂ। ਕੱਕਾ। ਭਿਆਨਕ। ਲੱਟ ਛੂਟੀ ਵਰਤੈ ਬਿਕਰਾਲ। ਭੈਰੋਂ ਕਬੀਰ ਜੀ। ਖੱਖਾ। ਬੀਪਤਸ। ਬਿਪਤਾ ਅਸਤ ਰਕਤ ਪਰੇਟੇ ਚਾਮ। ਆਸਾ ਮਹੱਲਾ 5ਵਾਂ। ਭਾਗ ਗੱਗਾ। ਅਦਭੁਤ। ਇੱਕ ਬਿਨਸੇ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਗੌੜੀ ਮਹੱਲਾ 9ਵਾਂ। ਭਾਗ ਘੱਗਾ। ਸ਼ਾਂਤ। ਕਹਾਂ ਮਨ ਬਿਖਿਆਨ ਸਿਉ ਲਪਟਾਈ, ਜਾਂ ਜਗ ਮੈਂ ਕੋ ਰਹਿ ਨ ਪਾਵੇ। ਇੱਕ ਆਵੇਂ ਇੱਕ ਜਾਹੀ, ਕਾਕੋ ਤਨ ਧਨ ਸੰਪਤ ਕਾਕੀ। ਕਾਂ ਸਿਉ ਨੇਹ ਲਗਾਹੀ, ਜੋ ਦੀਸੇ ਸੋ ਸਗਲ ਬਿਨਾਸੇ। ਜੋ ਬਾਂਦਰ ਕੀ ਸ਼ਾਹੀ,
ਤਜ ਅਭਵਾਨ ਸ਼ਰਨ ਸੰਤਨ ਗੋ ਮੁਕਤ ਹੋ ਛਿਨ ਮਾਹੀ। ਚਾ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਵੀ ਨਾਹੀ। ਸਾਰੰਗ ਮਹਲਾ ਨੌਵਾਂ। ਭਾਗ ਸਤਵਾਂ। ਮਾਇਆ ਦਾ ਰਸ ਚਸਕਾ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪੰਨਾ 15। ਅਰਥ ਸੋਨਾ ਚਾਂਦੀ ਇਕੱਠਾ ਕਰਨ ਦਾ ਠਰਕ, ਇਸਤਰੀ ਭਾਵ ਕਾਮ ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ ਦੀ ਸਵਾਰੀ ਦਾ ਜਨੂਨ, ਨਰਮ ਸੇਜਾਂ ਤੇ ਸੋਹਣੇ ਮਹਿਲ ਮਾੜੀਆਂ ਬਣਾ ਲੈਣ ਦੀ ਲਾਲਸਾ, ਸੁਆਦਲੇ ਮਿੱਠੇ ਪਦਾਰਥ ਤੇ ਮਾਸ ਖਾਣ ਦਾ ਚਸਕਾ। ਜੇ ਇਸ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਣ ਤਾਂ ਪ੍ਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋ ਸਕਦਾ ਹੈ। ਆਦ ਵਿਆਦ ਉਪਾਦ ਰਸ ਕਬੂ ਨ ਟੂਟੈ ਤਾਪ। ਪਾਰ ਬ੍ਰਹਮ ਪੂਰਨ ਧਨੀ ਨਹਿ ਪੂਜੈ ਪ੍ਰਤਾਪ। ਮੋਹ ਭਰਮ ਬੂਢਤ ਕਣੋ ਮਹਾ ਨਰਕ ਮੈਂ ਵਾਸ। ਕਰ ਕਿਰਪਾ ਪ੍ਰਭ ਰਾਖ ਲੈ ਨਾਨਕ ਤੇਰੀ ਆਸ। ਪੰਨਾ 297। ਪ੍ਰੀਤ ਬਿਨਾ ਕੈਸੇ ਬਧੈ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇ। ਪੰਨਾ 328। ਅਰਥ ਹਿਰਦੇ ਵਿੱਚ ਪ੍ਰੀਤ ਤੋਂ ਬਿਨਾ ਪ੍ਰਭੂ ਪਤੀ ਨਾਲ ਪਿਆਰ ਕਿਵੇਂ ਬਣ ਸਕਦਾ ਹੈ। ਜਦ ਤੱਕ ਮਨ ਵਿੱਚ ਮਾਇਆ ਦਾ ਰਸ ਚਸਕਾ ਹੈ ਤਦ ਤਾਈਂ ਪਤੀ ਪਰਮਾਤਮਾ ਨਾਲ ਪਿਆਰ ਨਹੀਂ ਹੋ ਸਕਦਾ। ਜੀਵਨ ਪਦ ਨਿਰਵਾਣ ਇੱਕੋ ਸਿਮਰਿਐ ਦੂਜੀ ਨਾਹੀ ਜਾਏ। ਕਿਨ ਬਿਦ ਧੀਰੀਐ ਡਿਠਾ ਸਭ ਸੰਸਾਰ ਸੁਖ ਨ ਨਾਮ ਬਿਨ। ਤਨ ਧਨ ਹੋਸੀ ਸ਼ਾਰ ਜਾਣੈ ਕੋਇ ਜਨ। ਰੰਗ ਰੂਪ ਰਸ ਬਾਦ ਕੇ ਕਰਹਿ ਕਹਾ ਪ੍ਰਾਣੀਆਂ। ਜਿਸ ਭੁਲਾਏ ਆਪ ਤਿਸ ਕੁਲ ਨਹੀਂ ਜਾਣੀਆਂ। ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਭਾਵਹੀ। ਪੰਨਾ 322। ਅਰਥ ਜੇ ਵਾਸਨਾ ਰਹਿਤ ਇੱਕੋ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਪ੍ਰਾਪਤ ਹੁੰਦਾ ਹੈ। ਪਰ ਇਸ ਅਵਸਥਾ ਦੀ ਪ੍ਰਾਪਤੀ ਲਈ ਕੋਈ ਹੋਰ ਥਾਂ ਨਹੀਂ ਹੈ, ਕਿਉਂਕਿ ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ। ਸਾਰਾ ਸੰਸਾਰ ਟੋਲ ਕੇ ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਜਗਤ ਇਸ ਤਨ ਧਨ ਵਿੱਚ ਸੁੱਖ ਭਾਲਦਾ ਹੈ। ਇਹ ਸਰੀਰ ਤੇ ਧਨ ਨਾਸ਼ ਹੋ ਜਾਣਗੇ, ਭਾਈ ਕੋਈ ਵਿਰਲਾ ਇਸ ਗੱਲ ਨੂੰ ਸਮਝ ਕੇ ਇਸ ਤੇ ਅਮਲ ਕਰਦਾ ਹੈ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ। ਪੰਨਾ 269। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 9ਵੇਂ ਕਾਂਡ ਦਾ ਪਹਿਲੇ ਤੋਂ 7ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।